जेता समुंद सागर नीर भरिया तेते औगण हमारे। दया करो किश मेहर उपावहो डुबदे पत्थर तारे। एक बहुत ही प्यारी घटना है। एक वारी एक नौजवान अपने घर दे विच बैठ के फैसला करदा है कि मैं 100 बजुर्गों नूं मिलांगा ते 100 बजुर्गों नूं मिल के ਜਿਹੜਾ ਵੀ ਉਹਨਾਂ ਦੇ ਵਿੱਚ ਵੱਡਾ ਅਵਗੁਣ ਹੋਵੇਗਾ, ਕੋਈ ਬੁਰੀ ਆਦਤ ਹੋਵੇਗੀ, ਉਸ ਨੂੰ ਮੈਂ ਜੋ ਕਿ ਕਾਪੀ 'ਤੇ ਨੋਟ ਕਰ ਲੈਣਾ ਹੈ। ਇਸ ਤਰ੍ਹਾਂ ਮੈਂ ਜੋ ਕਿ 100 ਬਜ਼ੁਰਗਾਂ ਨੂੰ ਮਿਲ ਕੇ 100 ਅਵਗੁਣ ਨੋਟ ਕਰਨੇ ਹਨ। ਉਹ ਮਨੁੱਖ ਜੋ ਕਿ ਆਪਣੇ ਘਰ ਦੇ ਵਿੱਚੋਂ ਤੁਰਦਾ ਹੈ ਅਤੇ ਵੱਖ-ਵੱਖ ਜਗ੍ਹਾ 'ਤੇ ਜਾ ਕੇ ਵੱਖ-ਵੱਖ ਬਜ਼ੁਰਗਾਂ ਦੇ ਨਾਲ ਰਾਬਤਾ ਕਾਇਮ ਕਰਦਾ ਹੈ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਹੈ, ਉਹਨਾਂ ਦੇ ਨਾਲ ਕੁਝ ਕੁ ਸਮਾਂ ਵਿਚਰਦਾ ਹੈ ਅਤੇ ਉਹ ਨੌਜਵਾਨ ਜੋ ਕਿ ਇਸ ਤਰ੍ਹਾਂ ਵੱਖ-ਵੱਖ ਬਜ਼ੁਰਗਾਂ ਨੂੰ ਮਿਲ ਕੇ ਜੋ ਬਜ਼ੁਰਗਾਂ ਦੇ ਵਿੱਚ ਸਭ ਤੋਂ ਵੱਡਾ, ਉਹਨਾਂ ਨੂੰ ਜਿਹੜੇ ਵੀ ਬਜ਼ੁਰਗ ਦੇ ਵਿੱਚ ਵੱਡਾ ਅਵਗੁਣ ਲੱਗਦਾ ਉਸ ਨੂੰ ਕਾਪੀ 'ਤੇ ਨੋਟ ਕਰ ਲੈਂਦਾ। ਇਸ ਤਰ੍ਹਾਂ ਉਹ ਨੌਜਵਾਨ 99 ਬਜ਼ੁਰਗਾਂ ਨੂੰ ਮਿਲ ਕੇ ਜਦੋਂ 100ਵੇਂ ਬਜ਼ੁਰਗ ਦੇ ਕੋਲ ਜਾਂਦਾ ਹੈ, ਉਸ ਦੇ ਨਾਲ ਜਾ ਕੇ ਗੱਲ ਕਰਦਾ ਹੈ ਕਿ ਬਜ਼ੁਰਗੋ, ਮੈਂ ਆਪਣੇ ਮਨ ਦੇ ਵਿੱਚ ਫੈਸਲਾ ਕੀਤਾ ਹੋਇਆ ਕਿ ਮੈਂ 100 ਬਜ਼ੁਰਗਾਂ ਨੂੰ ਮਿਲਾਂਗਾ ਅਤੇ ਬਜ਼ੁਰਗਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਅਵਗੁਣ ਪਾਏ ਜਾਂਦੇ ਹਨ ਉਹਨਾਂ ਨੂੰ ਮੈਂ ਨੋਟ ਕਰਾਂਗਾ ਅਤੇ ਮੈਂ ਕੁਝ ਕੁ ਸਮਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀ ਹੈ, ਕੁਝ ਕੁ ਸਮਾਂ ਤੁਹਾਡੇ ਨਾਲ ਰਹਿਣਾ, ਵਿਚਰਨਾ, ਅਤੇ ਮੈਂ ਤੁਹਾਡੇ ਨਾਲ ਜਦੋਂ ਵਿਚਰਾਂਗਾ ਅਤੇ ਮੈਂ ਜੋ ਕਿ ਨੋਟ ਕਰ ਲੈਣਾ ਕਿ ਤੁਹਾਡੇ ਵਿੱਚ ਸਭ ਤੋਂ ਬੁਰੀ ਆਦਤ ਅਤੇ ਜਾਂ ਵੱਡਾ ਅਵਗੁਣ ਕਿਹੜਾ, ਅਤੇ ਮੈਂ ਨੋਟ ਕਰ ਲੈਣਾ। ਉਹ ਬਜ਼ੁਰਗ ਨੇ ਜੋ ਕਿ ਬੜੇ ਹੀ ਸਹਿਜ ਦੇ ਵਿੱਚ ਉਸ ਨੌਜਵਾਨ ਵੱਲ ਤੱਕਿਆ ਅਤੇ ਉਸ ਨੂੰ ਇੱਕ ਗੱਲ ਕਹੀ ਹੱਸ ਕੇ ਕਿ ਨੌਜਵਾਨ, ਤੈਨੂੰ ਮੇਰੇ ਨਾਲ ਕੋਈ ਬਹੁਤਾ ਲੰਬੇਰਾ ਸਮਾਂ ਵਿਚਰਨ ਦੀ ਲੋੜ ਕੋਈ ਨਹੀਂ, ਨਾ ਮੇਰੇ ਨਾਲ ਰਹਿਣ ਦੀ ਕੋਈ ਲੋੜ ਹੈ, ਅਤੇ ਮੈਂ ਜੋ ਕਿ ਤੈਨੂੰ ਆਪ ਖੁਦ ਹੀ ਦੱਸ ਦਿੰਦਾ ਹਾਂ ਕਿ ਮੇਰੇ ਵਿੱਚ ਕਿਹੜੇ ਵੱਡੇ ਵੱਡੇ ਅਵਗੁਣ ਹਨ, ਅਤੇ ਮੈਂ ਇਹ ਵੀ ਦੱਸਦਾ ਵੀ ਮੇਰੇ ਵਿੱਚ ਕੋਈ ਇੱਕ ਅਵਗੁਣ ਨਹੀਂ, ਮੇਰੇ ਵਿੱਚ ਤਾਂ ਅਣਗਿਣਤ ਅਵਗੁਣ ਹਨ। ਪਰ ਮੈਂ ਤੈਨੂੰ ਇੱਕ ਸਲਾਹ ਦੇਣੀ ਚਾਹੁੰਦਾ ਹਾਂ। ਉਹ ਸਲਾਹ ਇਹ ਹੈ ਕਿ ਤੂੰ ਜੋ ਕਿ ਆਪਣੇ ਘਰ ਦੇ ਵਿੱਚ ਆਪਣੇ ਆਪ ਦੇ ਵਿੱਚ ਇਹ ਫੈਸਲਾ ਕੀਤਾ ਵੀ ਮੈਂ 100 ਬਜ਼ੁਰਗਾਂ ਦੇ ਨਾਲ ਜਾ ਕੇ ਰਾਬਤਾ ਕਾਇਮ ਕਰਾਂਗਾ, ਉਹਨਾਂ ਦੇ ਅਵਗੁਣ ਨੋਟ ਕਰਾਂਗਾ। ਤੂੰ ਇਸ ਤਰ੍ਹਾਂ ਜੋ ਕਿ ਬਹੁਤ ਲੰਬੇਰਾ ਸਮਾਂ ਵੱਖ-ਵੱਖ ਬਜ਼ੁਰਗਾਂ ਨੂੰ ਮਿਲਿਆ, ਵੱਖ-ਵੱਖ ਜਗ੍ਹਾ 'ਤੇ ਜਾ ਕੇ ਅਤੇ ਉਹਨਾਂ ਦੇ ਅਵਗੁਣ ਨੋਟ ਕੀਤੇ। ਅੱਜ ਜੋ ਕਿ ਤੂੰ ਮੇਰੇ ਕੋਲ ਆਇਆ ਹੈ ਮੇਰਾ ਅਵਗੁਣ ਨੋਟ ਕਰਨ, ਮੇਰੀ ਸਲਾਹ ਇਹ ਹੈ ਕਿ ਜੇਕਰ ਤੂੰ ਦੂਸਰਿਆਂ ਦੇ ਅਵਗੁਣ ਨੋਟ ਕਰਦਾ ਹੈ ਅਤੇ ਘੱਟ ਤੋਂ ਘੱਟ ਇੱਕ ਅਵਗੁਣ ਤਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਵੇਖ ਕੇ ਨੋਟ ਕਰ ਲੈਂਦਾ ਕਾਪੀ ਦੇ ਉੱਪਰ। ਮੇਰੇ ਕੋਲ ਆਉਣ ਦੀ ਕੀ ਲੋੜ ਹੈ ਤੈਨੂੰ? ਮੇਰੇ ਕੋਲ ਆਉਣ ਦੀ ਕੋਈ ਲੋੜ ਨਹੀਂ ਸੀ। ਉਹ ਨੌਜਵਾਨ ਨੇ ਦਾਅਵਾ ਕੀਤਾ ਵੀ ਮੇਰੇ ਵਿੱਚ ਕਿਹੜਾ ਅਵਗੁਣ ਹੈ, ਮੇਰੇ ਵਿੱਚ ਕੋਈ ਵੀ ਅਵਗੁਣ ਨਹੀਂ ਹੈ, ਅਤੇ ਨਾਲੇ ਤੁਸੀਂ 5 ਮਿੰਟ ਹੋਏ ਆ ਆਪਾਂ ਨੂੰ ਗੱਲਾਂ ਕਰਦੇ ਹਾਂ, ਤੁਸੀਂ ਮੇਰੇ ਵਿੱਚੋਂ ਕਿਹੜਾ ਅਵਗੁਣ ਨੋਟ ਕਰ ਲਿਆ? ਉਸ ਬਜ਼ੁਰਗ ਨੇ ਬੜੇ ਸਹਿਜ ਦੇ ਵਿੱਚ ਜੋ ਕਿ ਜਵਾਬ ਦਿੱਤਾ ਵੀ ਮੈਂ ਤੇਰੇ ਵਿੱਚੋਂ ਇੱਕ ਅਵਗੁਣ ਨੋਟ ਕਰ ਲਿਆ। ਉਹ ਨੌਜਵਾਨ ਜੋ ਕਿ ਪੁੱਛਦਾ ਵੀ ਤੁਸੀਂ ਦੱਸੋ ਮੇਰੇ ਵਿੱਚ ਕਿਹੜਾ ਅਵਗੁਣ ਹੈ? ਉਸ ਬਜ਼ੁਰਗ ਨੇ ਜਵਾਬ ਦਿੱਤਾ ਵੀ ਨੌਜਵਾਨ, ਤੇਰੇ ਵਿੱਚ ਇਹ ਸਭ ਤੋਂ ਵੱਡਾ ਅਵਗੁਣ ਹੈ ਕਿ ਤੂੰ ਦੂਸਰਿਆਂ ਦੇ ਅਵਗੁਣ ਨੋਟ ਕਰਦਾ ਹੈ, ਦੂਸਰਿਆਂ ਦੇ ਅਵਗੁਣ ਇਕੱਠੇ ਕਰਦਾ ਹੈ। ਇਹ ਵੀ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅਵਗੁਣ ਹੈ। ਮੈਂ ਜੋ ਕਿ ਤੈਨੂੰ ਇੱਕ ਹੋਰ ਸੁਝਾਅ ਦੇਣਾ ਚਾਹੁੰਦਾ ਹਾਂ, ਉਹ ਸੁਝਾਅ ਇਹ ਹੈ ਕਿ ਜੇਕਰ ਤੂੰ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੇ ਮਨ ਦੇ ਵਿੱਚ ਇਹ ਫੈਸਲਾ ਕਰਕੇ ਤੁਰਦਾ ਕਿ ਮੈਂ 100 ਬਜ਼ੁਰਗਾਂ ਨੂੰ ਮਿਲਾਂਗਾ ਅਤੇ 100 ਬਜ਼ੁਰਗਾਂ ਦੇ ਵਿੱਚ ਜਿਹੜੇ ਸਭ ਤੋਂ ਵੱਡੇ ਗੁਣ ਹੁੰਦੇ ਹਨ ਉਹਨਾਂ ਨੂੰ ਨੋਟ ਕਰਾਂਗਾ। ਜੇਕਰ ਤੂੰ ਇਹ ਫੈਸਲਾ ਕਰਦਾ, ਅੱਜ ਤੇਰੇ ਕੋਲ ਕਾਪੀ 'ਤੇ 100 ਗੁਣ ਨੋਟ ਕੀਤਾ ਹੋਣਾ ਚਾਹੀਦਾ ਸੀ, ਪਰ ਤੂੰ ਗਲਤ ਫੈਸਲਾ ਕੀਤਾ। ਤੂੰ ਲੋਕਾਂ ਦੇ ਅਵਗੁਣ ਹੀ ਨੋਟ ਕੀਤੇ ਅਤੇ ਇਹ ਅਵਗੁਣ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਲਾਭਦਾਇਕ ਨਹੀਂ ਹੋਣਗੇ, ਸਗੋਂ ਨੁਕਸਾਨਦਾਇਕ ਹੋਣਗੇ। ਮਨੁੱਖ ਦਾ ਸੁਭਾਅ ਹੀ ਇਸੇ ਤਰ੍ਹਾਂ ਦਾ ਹੈ। ਇਹ ਕਹਾਣੀ ਮੈਂ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਹੈ ਵੀ ਕੇਵਲ ਉਸ ਨੌਜਵਾਨ ਦਾ ਹੀ
ਇਸ ਤਰ੍ਹਾਂ ਦਾ ਫੈਸਲਾ ਨਹੀਂ ਸੀ ਕਿ ਮੈਂ ਅਵਗੁਣਾਂ ਨੂੰ ਨੋਟ ਕਰਾਂਗਾ। ਅਸਲ ਦੇ ਵਿੱਚ ਸਾਡਾ ਸਾਰਿਆਂ ਦਾ ਹੀ ਫੈਸਲਾ, ਸਾਡਾ ਸਾਰਿਆਂ ਦਾ ਹੀ ਸੁਭਾਅ ਇਸੇ ਤਰ੍ਹਾਂ ਦਾ ਹੁੰਦਾ ਹੈ ਕਿ ਅਸੀਂ ਸਾਹਮਣੇ ਵਾਲੇ ਮਨੁੱਖ ਦੇ ਵਿੱਚੋਂ ਅਵਗੁਣ ਹੀ ਨੋਟ ਕਰਦੇ ਹਾਂ। ਮਨੁੱਖ ਦਾ ਇਸ ਤਰ੍ਹਾਂ ਦਾ ਸੁਭਾਅ ਹੈ ਵੀ ਜੇਕਰ ਸਾਹਮਣੇ ਵਾਲੇ ਮਨੁੱਖ ਦੇ ਵਿੱਚ 99 ਗੁਣ ਹਨ ਤੇ ਇੱਕ ਅਵਗੁਣ ਹੈ, ਅਸੀਂ ਜੋ ਕਿ ਅਵਗੁਣ ਨੂੰ ਜੋ ਕਿ ਨੋਟ ਕਰ ਲਵਾਂਗੇ, 99 ਗੁਣਾਂ ਨੂੰ ਛੱਡ ਦੇਵਾਂਗੇ। ਅਤੇ ਜਦੋਂ ਅਸੀਂ ਆਪਣੇ ਆਪ ਨੂੰ ਵੇਖਦੇ ਹਾਂ, ਆਪਣੇ ਆਪ 'ਤੇ ਧਿਆਨ ਜਾਂਦਾ ਹੈ, ਸਾਡੇ ਵਿੱਚ ਭਾਵੇਂ ਇੱਕ ਗੁਣ ਹੋਵੇ ਅਤੇ 99 ਅਵਗੁਣ ਹੋਣ, ਅਸੀਂ ਆਪਣੇ ਗੁਣ ਨੂੰ ਅੱਗੇ ਰੱਖਦੇ ਹਾਂ, ਅਵਗੁਣਾਂ ਨੂੰ ਛੁਪਾ ਲੈਂਦੇ ਹਾਂ। ਸਾਹਮਣੇ ਵਾਲੇ ਵਿੱਚ 99 ਗੁਣ ਹੋਣ, ਉਹਨਾਂ ਨੂੰ ਛੱਡ ਦਿੰਦੇ ਹਾਂ, ਇੱਕ ਅਵਗੁਣ ਹੈ ਉਸ ਨੂੰ ਅਸੀਂ ਨੋਟ ਕਰ ਲੈਂਦੇ ਹਾਂ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਇਹ ਇਨਸਾਨ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣੇ ਅਵਗੁਣਾਂ ਨੂੰ ਸਵੀਕਾਰ ਕਰ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਆ ਕਰ ਕਿ ਹੇ ਸੱਚੇ ਪਾਤਸ਼ਾਹ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ।